I will request Dr. Ravinder Singh instead to come and deliver his lecture, Guru Nanak Dev Ji Da Sarvkali Manvi Pravachan. We also have Dr. Sarvjit Singh in this session. May I know where is Dr. Sarvjit Singh? Is Dr. Sarvjit Singh here? Yes, okay. So you're close. Thank you. Sorry, I don't recognize all faces. So, is there anyone who would not understand Punjabi in this audience? Who would rather me to conduct the proceeding in English? Please indicate that. Is there anyone? We don't want any guest to be left behind when we are conducting it. So if everybody is comfortable understanding Punjabi, I would be happy rather speak in Punjabi. Okay, it seems everybody understands. Thank you. Dr. Ravinder Singh, Associate Professor ਹਨ ਦਿਆਲ ਸਿੰਘ ਕਾਲਜ ਦਿੱਲੀ 'ਚ ਵੀ ਕਿਤਾਬਾਂ ਦੇ ਕੰਟਰੀਬਿਊਟਰ ਜਾਂ ਆਥਰ ਹਨ ਤੇ ਬਹੁਤ ਸਾਰੇ ਰਿਸਰਚ ਪ੍ਰੋਜੈਕਟਸ ਵੀ ਕਰਦੇ ਹਨ ਵੈਰੀ ਜੈਂਟਲ ਫੇਸ ਇਜ਼ ਤੁਹਾਡੇ ਸਾਹਮਣੇ ਨੇ ਹੁਣ ਅਸੀਂ ਇਹਨਾਂ ਦਾ ਲੈਕਚਰ ਸੁਣਾਂਗੇ ਪਲੀਜ਼ ਗਿਵ ਮੀ ਅ ਬਿਗ ਹੈਂਡ बहुत ही सत्कारयोग प्रधानगी मंडल ते ओटवा दे इस कन्वेंशन हॉल में आए बहुत ही पतवंते ते विद्वान दोस्तों सज्जों मैं पहला ये सोच रहा सीगा कि किस टॉपिक ते गल करा जो सर्वकाली सरोकारां दी गल है गुरु नानक बाणी दे विच या गुरु नानक दी सिर्फ ਉਹਦੇ ਤੇ ਗੱਲ ਕਰਾਂ ਜਾਂ ਕੁਝ ਐਸਾ ਜੋ ਅੱਜ ਦੇ ਸਮੇਂ ਦੇ ਵਿੱਚ ਰੈਲੀਵੈਂਟ ਜ਼ਿਆਦਾ ਹੋ ਸਕਦਾ ਹੈ ਮੇਰਾ ਮੁਰਾਦ ਇਹ ਹੈ ਕਿ ਪ੍ਰੈਜ਼ੈਂਟ ਟਾਈਮ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਦੀ ਬਾਣੀ ਇਹ ਤਾਂ ਮੱਧਕਾਲ ਦਾ ਇੱਕ ਗਿਆਨ ਦਾ ਸਾਡੇ ਕੋਲ ਸਰੋਤ ਹੈ ਤੇ ਅਸੀਂ ਜੂਝਦੇ ਹਾਂ ਕਿ ਗੁਰਬਾਣੀ ਨੂੰ ਗੁਰਮਤਿ ਨੂੰ ਅੱਜ ਦੇ ਸਮੇਂ 'ਚ ਸਾਡੀ ਪੀੜ੍ਹੀ ਜਾਂ ਸਾਡੇ ਤੋਂ ਪਿਛਲੀ ਪੀੜ੍ਹੀ ਜੋ ਰਹੀ ਹੈ ਉਹਨੇ ਤਾਂ ਕਾਫੀ ਘਾਲਣਾ ਕਰਕੇ ਸਮਝ ਲਿਆ ਔਰ ਆਪਸ 'ਚ ਅਸੀਂ ਵਿਚਾਰ ਚਰਚਾ ਵੀ ਕਰਦੇ ਹਾਂ ਜਿਵੇਂ ਕਈ ਲੋਕ ਇੱਥੇ ਸਵਾਲ ਵੀ ਕਰ ਰਹੇ ਸੀਗੇ ਅਸੀਂ ਇੱਕ ਦੂਜੇ ਨਾਲ ਹੀ ਕਰ ਰਹੇ ਹਾਂ ਪਰ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦਾ ਇਸ ਨਾਲ ਕਿਸ ਤਰ੍ਹਾਂ ਅਸੀਂ ਰੈਲੀਵੈਂਸ ਕ੍ਰੀਏਟ ਕਰ ਸਕਦੇ ਹਾਂ ਕਿਉਂਕਿ ਸਮੱਸਿਆਵਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਨਾਲ ਹੈ ਇਹ ਸਮਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਦਾ ਸਮਾਂ ਹੈ ਸੋ ਬੈਸਟ ਤਰੀਕਾ ਤਾਂ ਮੈਨੂੰ ਲੱਗਦਾ ਇਹ ਹੈ ਕਿ ਅਸੀਂ ਕੁਝ ਐਸੀ ਸਮੱਸਿਆਵਾਂ ਨੂੰ ਐਸੀ ਕੁਝ ਹਾਲਾਤ ਨੂੰ ਡਿਸਕਸ ਵੀ ਕਰੀਏ ਜੋ ਕਿ ਇਸ ਨਵੇਂ ਦੌਰ ਦੇ ਨਵੀਂ ਜਨਰੇਸ਼ਨ ਦੇ ਸਾਹਮਣੇ ਪੇਸ਼ ਨੇ ਔਰ ਉਹਦੇ ਵਿੱਚ ਕੋਈ ਭਾਰਤੀ ਨੌਜਵਾਨ ਜਾਂ ਪੱਛਮੀ ਕੈਨੇਡੀਅਨ UK ਦਾ ਕੋਈ ਫਰਕ ਨਹੀਂ ਹੈ ਸਾਰੇ ਇਸ ਟਾਈਮ ਇੱਕੋ ਤਰ੍ਹਾਂ ਦੇ ਹਾਲਾਤ ਨਾਲ ਇੱਕੋ ਤਰ੍ਹਾਂ ਦੀ ਜਿਹੜੀਆਂ ਸਥਿਤੀਆਂ ਨਾਲ ਉਹ ਜੂਝ ਰਹੇ ਨੇ ਤਾਂ ਮੈਂ ਇਸੇ ਨੁਕਤੇ ਤੋਂ ਤੁਹਾਡੇ ਨਾਲ ਸ਼ਾਰਟ ਦੇ ਵਿੱਚ ਹੀ ਗੱਲ ਸਾਂਝੀ ਕਰਾਂਗਾ ਅਤੇ ਗੱਲਬਾਤ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਮੈਂ ਸੋਚ ਰਿਹਾ ਸੀ ਸ਼ੁਰੂ ਕਰਾਂਗਾ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਇਹ ਗੱਲ ਜਿਵੇਂ ਮੱਧਕਾਲ ਦੀ ਸੀ ਅਤੇ ਅੱਜ ਦੇ ਦੌਰ 'ਚ ਅਸੀਂ ਜਦੋਂ 550 ਸਾਲ ਬਾਅਦ ਇਸ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ ਵੀ ਹੋਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਅੱਗੇ ਲੈ ਕੇ ਜਾਈਏ ਇੱਕ ਟੀਚਰ ਹੋਣ ਦੇ ਤੌਰ 'ਤੇ ਦਿੱਲੀ ਦੇ ਵਿੱਚ ਪੜ੍ਹਾਉਣ ਦੇ ਤੌਰ 'ਤੇ ਮੇਰੇ ਕੋਲ ਜੋ ਵਿਦਿਆਰਥੀ ਆਉਂਦੇ ਨੇ ਉਹਨਾਂ ਦਾ ਬੈਕਗਰਾਊਂਡ ਦੇਖੋ ਉਹ ਕਿਹੜੀ ਰਿਐਲਿਟੀ ਦੇ ਨਾਲ ਚੱਲ ਰਹੇ ਨੇ ਕਿਹਦੇ ਨਾਲ ਜੂਝ ਰਹੇ ਨੇ ਵਰਤਮਾਨ ਦੇ ਵਿੱਚ ਉਹਨਾਂ ਦੀਆਂ ਕਿਹੜੀਆਂ ਸਮੱਸਿਆਵਾਂ ਹੈ ਔਰ ਕਿਸ ਚੀਜ਼ ਦੇ ਨਾਲ ਉਹ ਜਿਹੜਾ ਲਾਈਫ ਨੂੰ ਜੀ ਰਹੇ ਨੇ ਸੋ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਰਿਐਲਿਟੀ ਦੀ ਗੱਲ ਹੈ ਯਥਾਰਥ ਦੀ ਗੱਲ ਹੈ ਸੋ ਗੁਰਬਾਣੀ ਜਿਹੜੀ ਹੈ ਗੁਰਬਾਣੀ ਗੁਰੂ ਨਾਨਕ ਸਭ ਤੋਂ ਪਹਿਲਾਂ ਤਾਂ ਉਹ ਇੱਕ ਯਥਾਰਥ ਦੀ ਸੰਕਲਪਨਾ ਦੱਸਦੇ ਨੇ ਯਥਾਰਥ ਅਤੇ ਪਰਮਾਰਥ ਉਹਨਾਂ ਦਾ ਨੁਕਤਾ ਜਿਹੜਾ ਮੂਲ ਨੁਕਤਾ ਜੇ ਤੁਸੀਂ ਮੂਲ ਮੰਤਰ ਤੋਂ ਵੀ ਸ਼ੁਰੂ ਕਰਦੇ ਹੋ ਤਾਂ ਉਹੀ ਹੈ ਕਿ ਅਸੀਂ ਇਸ ਸੰਸਾਰ ਨੂੰ ਪਰਮਾਰਥ ਦੇ ਨੁਕਤੇ ਨਾਲ ਹੀ ਸਮਝਣਾ ਸੋਚਣਾ ਵਿਚਾਰਨਾ ਅਤੇ ਨਿਭਾਉਣਾ ਹੈ ਗੱਲ ਬਹੁਤ ਸੌਖੀ ਸਮਝਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸੌਖੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ
ਅਸੀਂ ਔਖਾ ਸਮਝਣ, ਔਖਾ ਪੜ੍ਹਨ ਤੇ ਔਖਾ ਪੜ੍ਹਾਉਣ 'ਚ ਵਿਸ਼ਵਾਸ ਰੱਖਦੇ ਹਾਂ ਤੇ ਉਲਝ ਜਾਂਦੇ ਹਾਂ। ਗੱਲ ਇੰਨੀ ਕਿ ਜਿਸ ਰਿਐਲਿਟੀ 'ਚ, ਜਿਸ ਯਥਾਰਥ ਦੇ ਵਿੱਚ ਮੱਧਕਾਲ ਦਾ ਸਮਾਜ ਵਿਚਰ ਰਿਹਾ ਸੀ, ਪ੍ਰੈਜ਼ੈਂਟ ਟਾਈਮ ਦੇ ਵਿੱਚ ਉਹ ਰਿਐਲਿਟੀਜ਼, ਉਹਦੀਆਂ ਲੇਅਰਸ ਬਹੁਤ ਡਿਫਰੈਂਟ ਹੋ ਚੁੱਕੀਆਂ, ਬਹੁਤ ਅਲੱਗ ਹੋ ਚੁੱਕੀਆਂ। ਪਰ ਫਿਰ ਵੀ ਉਹਦੇ ਵਿੱਚ ਇੱਕ ਐਸੀ ਪ੍ਰਸੰਗਿਕਤਾ ਬਾਣੀ ਦੀ ਬਣਦੀ ਹੈ ਜਿਹਦੇ ਨਾਲ ਕਿ ਉਸ ਯਥਾਰਥ ਨੂੰ ਸਮਝ ਕੇ ਉਸ ਹਾਈਪਰ ਰਿਐਲਿਟੀ ਨੂੰ, ਉਸ ਸਾਈਬਰ ਰਿਐਲਿਟੀ ਨੂੰ, ਉਸ ਵਰਚੁਅਲ ਰਿਐਲਿਟੀ ਨੂੰ, ਸਾਡੀ ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਹੈ ਇਹ ਉਸੇ ਯਥਾਰਥ ਦੇ ਨਾਲ ਨਹੀਂ ਨਜਿੱਠ ਰਹੀ ਜਿਹਦੇ ਨਾਲ ਅਸੀਂ ਵੱਡੇ ਹੋਏ ਹਾਂ, ਜਿਹਦੇ ਵਿੱਚ ਅਸੀਂ ਆਪਣਾ ਗਿਆਨ ਪ੍ਰਾਪਤ ਕੀਤਾ ਹੈ ਔਰ ਜਿਸ ਰਿਐਲਿਟੀ ਦੀ ਕੰਸਟਰਕਸ਼ਨ ਦੇ ਵਿੱਚ ਅਸੀਂ ਆਪਣੀ ਇੱਕ ਆਈਡੈਂਟੀਟੀ ਕ੍ਰੀਏਟ ਕੀਤੀ ਹੈ। ਪ੍ਰੈਜ਼ੈਂਟ ਜਨਰੇਸ਼ਨ ਜਿਹੜੀ ਹੈ ਉਹ ਮੀਡੀਆ ਦੇ ਨਾਲ ਗਰੋ ਕੀਤੀ ਹੈ, ਮੀਡੀਆ ਦੇ ਨਾਲ, ਨਵੀਂ ਟੈਕਨੋਲੋਜੀ ਦੇ ਨਾਲ ਗਰੋ ਕੀਤੀ ਹੈ। ਉਹਨਾਂ ਦੇ ਵਾਸਤੇ ਰਿਐਲਿਟੀਜ਼ ਦੀਆਂ ਜੋ ਲੇਅਰਸ ਹੈ ਉਹ ਬਹੁਤ ਡਿਫਰੈਂਟ ਹੈ, ਅਲੱਗ ਹੈ। ਸਭ ਤੋਂ ਪਹਿਲਾਂ ਤਾਂ ਹਾਈਪਰ ਰਿਐਲਿਟੀ ਦੀ ਗੱਲ ਕਰ ਲਈਏ। ਹਾਈਪਰ ਰਿਐਲਿਟੀ ਦਾ ਮਤਲਬ ਇਹ ਹੈ ਕਿ ਜੋ ਰਿਐਲਿਟੀ ਅਸੀਂ ਕਿਸੇ ਟਾਈਮ ਦੇ ਵਿੱਚ ਰੇਡੀਓ ਦੇ ਥਰੂ, ਟੀਵੀ ਦੇ ਥਰੂ ਇੱਕ ਸਿਰਜ ਲਈ, ਜੋ ਥਰਡ ਲੇਅਰ ਦੀ ਇੱਕ ਰਿਐਲਿਟੀ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ, ਹੁਣ ਉਹਦੇ ਵਿੱਚ ਅਸੀਂ ਇਮੋਸ਼ਨਲੀ ਜੁੜ ਜਾਂਦੇ ਹਾਂ। ਸ਼ਾਇਦ ਉਹਨੂੰ ਕਿਸੇ ਤਰ੍ਹਾਂ ਆਪਣੇ ਅਹਿਸਾਸਾਂ ਦੇ ਨਾਲ ਅਨੁਭਵ ਵੀ ਕਰ ਲੈਂਦੇ ਸੀਗੇ ਅਤੇ ਉਹ ਜਿਹੜਾ ਸਾਨੂੰ ਆਪਣੀ ਮੂਲ ਜਿਹੜੀ ਯਥਾਰਥ ਹੈ ਉਹਦੇ ਨਾਲੋਂ ਤੋੜਦੀ ਹੈ। ਮੂਲ ਯਥਾਰਥ ਦਾ ਮਤਲਬ ਉਹ ਰਿਐਲਿਟੀ ਜਿਹੜੀ ਅਸੀਂ ਆਪਣੀਆਂ ਇੰਦਰੀਆਂ ਨਾਲ, ਆਪਣੇ ਅਹਿਸਾਸਾਂ ਨਾਲ, ਕਿਸੇ ਟੱਚ ਦੇ ਨਾਲ ਉਹਨੂੰ ਫੀਲ ਕਰ ਸਕਦੇ। ਅਤੇ ਜਿਹੜੀ ਉਸ ਤੋਂ ਨੈਕਸਟ ਹੈ ਉਹ ਹੈਗੀ ਸਾਈਬਰ ਰਿਐਲਿਟੀ। ਸਾਈਬਰ ਦੇ ਵਿੱਚ ਕਿਸੇ ਸਰਵਰ ਦੇ ਵਿੱਚ ਕੁਝ ਵਿਚਾਰ, ਕੁਝ ਭਾਵ, ਕੁਝ ਗ੍ਰਾਫਿਕਸ ਜਾਂ ਕੁਝ ਆਈਡੀਆਜ਼ ਉਹ ਚੱਲ ਰਹੇ ਨੇ ਅਤੇ 24 ਘੰਟੇ ਯੂਥ ਜਿਹੜਾ ਹੈ ਉਹ ਸਿਰਫ ਔਰ ਸਿਰਫ ਮੋਬਾਈਲ ਫੋਨ, ਲੈਪਟਾਪ ਜਾਂ ਹੋਰ ਜਿਹੜੇ ਸਾਧਨਾਂ ਦੇ ਰਾਹੀਂ ਉਹਦੇ ਨਾਲ ਜੁੜਿਆ ਹੋਇਆ। ਅਤੇ ਉਹ ਕਿਸੇ ਵੀ ਵੇਲੇ ਤੁਸੀਂ ਸੜਕ 'ਤੇ ਦੇਖਦੇ ਹੋ, ਜੇ ਉਹ ਫੋਨ 'ਤੇ ਹੈ ਤਾਂ ਉਹਨੂੰ ਆਸ-ਪਾਸ ਦਾ ਕੋਈ ਅਨੁਭਵ ਨਹੀਂ ਹੈ, ਕਿੱਥੋਂ ਆ ਰਿਹਾ, ਕਿੱਥੋਂ ਜਾ ਰਿਹਾ। ਉਹ ਬੱਚਾ ਕੈਨੇਡਾ ਬੈਠਾ ਹੋਏ, ਅਮਰੀਕਾ ਬੈਠਾ ਹੋਏ, ਦਿੱਲੀ ਬੈਠਾ ਹੋਏ, ਪੰਜਾਬ ਬੈਠਾ ਹੋਏ ਜਾਂ ਕਿਸੇ ਜੰਗਲ 'ਚ ਬੈਠਾ ਹੋਏ, ਉਹਦੇ ਵਾਸਤੇ ਕੋਈ ਫਰਕ ਨਹੀਂ ਪੈ ਰਿਹਾ। ਉਹਦੇ ਵਾਸਤੇ ਜ਼ਮਾਨਾ ਬਦਲ ਜੇ, ਉੱਥੇ ਹੀ ਰਹਿ ਜੇ, ਡਜ਼ਨਟ ਮੈਟਰ। ਅਤੇ ਉਸ ਤੋਂ ਨੈਕਸਟ ਜਿਹੜੀ ਇੱਕ ਹੋਰ ਸੀਰੀਅਸ ਚੀਜ਼ ਜਿਹਨੇ ਸਾਡੀ ਚੇਤਨਾ ਨੂੰ ਬਹੁਤ ਜਿਹੜਾ ਉਹਦੇ ਸਾਹਮਣੇ ਚੈਲੰਜ ਖੜੇ ਕੀਤੇ ਨੇ, ਉਹ ਹੈਗੀ ਵਰਚੁਅਲ ਰਿਐਲਿਟੀ ਦੀ। ਵਰਚੁਅਲ ਰਿਐਲਿਟੀ ਦੇ ਨਾਲ ਬੇਸ਼ੱਕ ਅਸੀਂ ਮੈਡੀਕਲ ਸਾਇੰਸ ਨੇ ਉਹਦੇ 'ਚ ਕਾਫੀ ਤਰੱਕੀ ਕਰਕੇ ਆਪਰੇਸ਼ਨ ਕਰਨੇ ਜਾਂ ਹੋਰ ਮੈਡੀਕਲ ਹੈਲਪ ਦੇਣੀ ਸ਼ੁਰੂ ਕੀਤੀ ਹੋਈ ਹੈ, ਪਰ ਉਹਦੇ ਨਾਲ ਦੀ ਨਾਲ ਜੋ ਉਹਦੇ ਵਿੱਚ ਗੇਮਸ ਹੁੰਦੀਆਂ, ਵੀਡੀਓ ਗੇਮਸ ਹੁੰਦੀਆਂ, ਉਹ ਇਸ ਯੂਥ ਨੂੰ ਕਿਸ ਢੰਗ ਨਾਲ ਅੰਗੇਜ ਕਰ ਰਹੀਆਂ। ਲੇਟੈਸਟ ਤੁਸੀਂ ਕੁਝ ਟਾਈਮ ਪਹਿਲਾਂ ਸੁਣਿਆ ਹੋਣਾ ਕਿ ਬਲੂ ਸ਼ਾਰਕ ਦੀ ਇੱਕ ਜਿਹੜੀ ਗੇਮ ਸੀਗੀ, ਬਲੂ ਵੇਲ ਗੇਮ ਸੀ। ਉਹ ਗੇਮ ਦਾ ਜੇ ਤੁਸੀਂ ਪਿੱਛੇ ਆਈਡੀਆ ਸਮਝੋ ਕਿ ਇਸ ਰਿਐਲਿਟੀ ਸਾਨੂੰ ਕਿੱਥੇ ਤੱਕ ਲੈ ਜਾ ਚੁੱਕੀ ਹੈ। ਅਸੀਂ ਜਿਸ ਜਨਰੇਸ਼ਨ 'ਚ ਹੈ, ਅਸੀਂ ਸ਼ਾਇਦ ਕਦੇ ਸੋਚ ਵੀ ਨਹੀਂ ਸਕਦੇ ਸੀ ਵੀ ਕੋਈ ਬੱਚਾ ਸਿਰਫ ਮੋਬਾਈਲ 'ਤੇ ਚੰਦ ਦਿਨ ਕੁਝ ਦੇਖਦੇ, ਕੋਈ ਗੇਮ ਖੇਡਦੇ ਖੇਡਦੇ ਕਿਸੇ ਦਿਨ ਕਿਸੇ ਬਿਲਡਿੰਗ ਤੋਂ ਛਾਲ ਮਾਰ ਦੇਗਾ। ਮਤਲਬ ਇਹ ਇੰਪੋਸੀਬਲ ਕਰਨਾ। ਔਰ ਮੇਰੇ ਖਿਆਲ 6 ਮਹੀਨੇ ਦੇ ਵਿੱਚ 200 ਤੋਂ ਜ਼ਿਆਦਾ ਐਸੇ ਕੇਸ ਇੰਡੀਆ 'ਚ ਹੀ ਹੋ ਗਏ ਸੀਗੇ, ਜਦੋਂ ਸਮਝ ਨਹੀਂ ਆ ਰਿਹਾ ਸੀ ਵੀ ਇੰਨੀ ਯੰਗ ਏਜ ਦੇ ਵਿੱਚ ਇੰਨੇ ਟੀਨੇਜਰਸ ਇਹ ਆਤਮ ਹੱਤਿਆ ਕਿਉਂ ਕਰ ਰਹੇ ਆ। ਸਭ ਕੁਝ ਹੈਗਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਕਿਹੜੀ ਜਗ੍ਹਾ, ਕਿਹੜੀ ਗੇਮ ਦੇ ਵਿੱਚ ਲੌਗਇਨ ਕਰਕੇ ਸਟੈਪ ਵਾਈਜ਼ ਇੱਕ ਤੋਂ ਬਾਅਦ ਇੱਕ ਗੇਮ ਖੇਡਦੇ ਜਾ ਰਹੇ ਹਾਂ ਔਰ ਜਿਸ ਸਟੈਪ ਤੇ ਆ ਕੇ ਜਦੋਂ ਐਂਡ ਹੋ ਗਿਆ, ਪਹਿਲਾਂ ਬਲੈਕਮੇਲ ਤੇ ਫਿਰ ਐਂਡ ਜਾ ਕੇ ਉਹਨਾਂ ਨੇ ਪ੍ਰੂਵ ਕਰਨਾ ਕੁਝ, ਉਹ ਕਿਹੜੀ ਰਿਐਲਿਟੀ 'ਚ ਰਹਿ ਰਹੇ ਨੇ, ਉਹਨਾਂ ਦਾ ਯਥਾਰਥ ਕੀ ਹੈ। ਉਹਨਾਂ ਦਾ ਯਥਾਰਥ ਇਸ ਦੁਨੀਆ ਦੀ ਜਿਹੜੀ ਭੌਤਿਕ ਸੰਸਾਰ ਹੈ, ਮੈਟੀਰੀਅਲ ਵਰਲਡ ਹੈ, ਉਹਦੇ ਵਿੱਚ ਕਿਤੇ ਵੀ ਨਹੀਂ ਸੀਗਾ। ਹੁਣ ਇਹਨਾਂ ਸਥਿਤੀਆਂ ਦੇ ਵਿੱਚ ਗੁਰੂ ਨਾਨਕ ਕੀ ਕਰਨ? ਗੁਰੂ ਨਾਨਕ ਨੇ ਤਾਂ ਇੱਕ ਸੰਦੇਸ਼ ਦਿੱਤਾ, ਉਹਨਾਂ ਨੇ ਜੋ ਆਪਣੀ ਬਾਣੀ ਦੇ ਵਿੱਚ ਇਹਦਾ ਫਰਕ ਕੀਤਾ ਹੈ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਬਾਣੀ ਨੂੰ ਆਪਣੇ ਹਿਸਾਬ ਨਾਲ ਜਿੱਥੇ ਤੱਕ ਸਾਡੀ ਸਮਝ ਸੀ ਅਸੀਂ ਸਮਝ ਲਿਆ, ਪਰ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਹੋਰ ਰੈਲੀਵੈਂਟ ਬਣਾ ਕੇ
ਉਹਨਾਂ ਬੱਚਿਆਂ ਤੱਕ ਵੀ ਪਹੁੰਚਾਈਏ, ਕਿਉਂਕਿ ਉਹਨਾਂ ਨੂੰ ਇੱਕ ਯਥਾਰਥ ਤੋਂ ਨਹੀਂ, ਉਹਨਾਂ ਨੂੰ 3 ਯਥਾਰਥ ਤੋਂ ਥੱਲੇ ਲਿਆਉਣ ਦੀ ਲੋੜ ਪੈਣੀ ਹੈ, ਜਿਨ੍ਹਾਂ ਨੂੰ ਭੌਤਿਕ ਸੰਸਾਰ ਦਾ ਕੋਈ ਅਹਿਸਾਸ ਹੀ ਨਹੀਂ ਹੈ, ਜਿਹਦੇ ਵਿੱਚ ਉਹਨਾਂ ਦੀਆਂ ਕਦਰਾਂ ਕੀਮਤਾਂ, ਵੈਲਿਊ ਸਿਸਟਮ, ਅਸੀਂ ਸੋਚੀ ਵੀ ਉਹ ਕਿਸ ਤਰ੍ਹਾਂ ਦੇ ਵੈਲਿਊ ਸਿਸਟਮ ਬਣ ਰਿਹਾ ਜਿਹਦੇ ਵਿੱਚ ਕੋਈ ਧਰਮ ਹੀ ਨਹੀਂ ਹੈ, ਧਰਮ ਦਾ ਆਧਾਰ ਜਾਂ ਰਾਈਟੀਅਸਨੈਸ ਦੀ ਕੋਈ ਗੱਲ ਨਹੀਂ ਹੈ। ਉਹਨਾਂ ਦਾ ਬਹੁਤ ਟੁੱਟਣ ਵਾਲਾ ਹਰ ਚੀਜ਼ ਜਿਹੜੀ ਹੈ ਫਰੈਗਮੈਂਟਡ ਹੈ, ਸ਼ਾਰਟ ਲਿਵਡ ਹੈ। ਸ਼ਾਰਟ ਲਿਵਡ ਦਾ ਮਤਲਬ ਜੇ ਉਹਨਾਂ ਨੂੰ ਫੋਕਸ ਵੀ ਕਰਨਾ ਹੈ ਤਾਂ ਫੋਕਸ ਵੀ ਨਹੀਂ ਹੋਏਗਾ। ਸਾਡੇ ਕੋਲ ਧਿਆਨ ਦਾ, ਮੈਡੀਟੇਸ਼ਨ ਦਾ, ਸਿਮਰਨ ਦਾ ਕਿੰਨੇ ਵਧੀਆ ਕਨਸੈਪਟ ਹੈਗੇ ਆ, ਜਿਹਦੇ ਵਾਸਤੇ ਸਮਾਂ ਚਾਹੀਦਾ, ਬਹਿਣਾ ਚਾਹੀਦਾ ਔਰ ਗਿਆਨ ਦੇ ਨਾਲ ਜੁੜਨ ਦੀ ਗੱਲ ਹੈ। ਪਰ ਜਿਸ ਢੰਗ ਨਾਲ ਮੀਡੀਆ ਦੇ ਵਿੱਚ ਬਹੁਤ ਸਪੀਡ ਦੇ ਨਾਲ ਟੈਕਨੋਲੋਜੀ ਚੇਂਜ ਹੁੰਦਾ ਹੈ, ਤੁਸੀਂ ਦੇਖੋ ਕਿ ਗੀਤ ਸੰਗੀਤ ਦੇ ਵਿੱਚ ਵੀ ਅਸੀਂ ਦੇਖ ਲਈਏ, ਪਹਿਲਾਂ ਇੱਕ ਸੀਨ ਟੀਵੀ ਦੇ ਉੱਤੇ ਕਿਸੇ ਫਿਲਮ ਦਾ 4 ਮਿੰਟ 5 ਮਿੰਟ ਦੇ ਵਿੱਚ ਡਾਇਲੌਗ ਚੱਲ ਰਹੇ ਤੇ ਇੱਕ ਕਨਸੈਪਟ ਨੂੰ ਉਹਦੇ ਵਿੱਚ ਕਲੀਅਰ ਕੀਤਾ ਜਾਂਦਾ ਸੀ। ਹੌਲੀ ਹੌਲੀ ਉਹ 1 ਮਿੰਟ ਦਾ ਆ ਗਿਆ, ਫਿਰ ਅੱਧੇ ਮਿੰਟ, ਹੁਣ ਫਲਿਕਰਿੰਗ ਇਮੇजेस ਹੈ। ਮੈਨੂੰ ਲੱਗਦਾ 1 ਸੈਕਿੰਡ ਦੇ ਵੀ ਕਿਸੇ ਮਾਈਨਿਊਟ ਪਾਰਟ ਦੇ ਵਿੱਚ ਜਾ ਕੇ ਉਹ ਜਿਹੜੀ ਗੱਲ ਹੈ ਨਾ ਆਪਣੀ ਉਹ ਕੱਟ ਦਿੰਦੇ ਆ। ਜਿਹੜੇ ਮਿਊਜ਼ਿਕ ਵੀਡੀਓਜ਼ ਹੈ ਸੈਕਿੰਡਸ ਦੇ ਵਿੱਚ ਉਹ ਚੱਲ ਰਹੀਆਂ, ਕੱਟੀ ਜਾ ਰਹੀਆਂ, ਸਾਨੂੰ ਉਹ ਦਿਖਦੀਆਂ ਨਹੀਂ, ਸਾਨੂੰ ਲੱਗਦਾ ਵੀ ਕਿਓਸ ਹੈ, ਪਰ ਯੂਥ ਨੂੰ ਉਹ ਸਮਝ ਆ ਰਹੀ ਹੈ, ਉਹਨੂੰ ਉਹਦੇ ਵਿੱਚ ਦਿਖ ਰਿਹਾ ਹੈ। ਦਿਖ ਕੀ ਰਿਹਾ? ਦਿਖ ਕੁਝ ਨਹੀਂ ਰਿਹਾ, ਇਮੇजेस ਉਹਨਾਂ ਦੀ ਮਾਨਸਿਕਤਾ ਨੂੰ, ਉਹਨਾਂ ਦੀ ਮਾਈਂਡ ਨੂੰ ਫਰੈਗਮੈਂਟ ਕਰ ਰਿਹਾ ਵੀ ਕਿਤੇ ਵੀ ਟਿਕਣਾ ਨਹੀਂ ਹੈ, ਟਿਕਾ ਤੋਂ ਦੂਰ। ਇਹ ਮੈਂ ਉਹ ਕਨਸੈਪਟ, ਉਹ ਜਿਹੜੇ ਵਿੱਚੋਂ ਦੀ ਨੁਕਤੇ ਮੈਂ ਸਾਂਝੇ ਕਰਨਾ ਚਾਹੁੰਦਾ ਤੁਹਾਡੇ ਨਾਲ, ਜਿਹੜੇ ਕਿ ਹੈ ਤਾਂ ਸਾਡੇ ਸਰਵਕਾਲੀ ਸਰੋਕਾਰ। ਗੱਲ ਸਾਡੇ ਦਿਮਾਗ ਦੀ, ਮਾਨਸਿਕਤਾ ਦੀ, ਗਿਆਨ ਦੀ ਹੈ, ਜਿਹਦੀ ਟ੍ਰੇਨਿੰਗ ਜੇ ਅਸੀਂ ਗੁਰਬਾਣੀ ਦੇ ਉਹਨਾਂ ਮੂਲ ਤੱਤਾਂ ਦੇ ਨਾਲ, ਉਹਨਾਂ ਮੂਲ ਸਰੋਕਾਰਾਂ ਦੇ ਨਾਲ ਕਰੀਏ, ਜਿਵੇਂ ਕਿ ਅੱਜ ਸਵੇਰੇ ਮੂਲ ਮੰਤਰ ਦੇ ਨਾਲ ਗੱਲ ਸ਼ੁਰੂ ਕੀਤੀ ਗਈ ਹੈ, ਤਾਂ ਗੁਰੂ ਨਾਨਕ ਸਭ ਤੋਂ ਪਹਿਲਾਂ ਤਾਂ ਉਸ ਪਰਮ ਸਤ, ਪਰਮਾਰਥ ਦਾ ਜਿਹੜਾ ਹੈ ਉਹਦੀ ਪਰਿਭਾਸ਼ਾ ਦੱਸਦੇ ਹੈ, ਡਿਫਾਈਨ ਕਰਦੇ ਹੈ, ਤੇ ਉਹਦੇ ਨਾਲ ਸਾਡੇ ਯਥਾਰਥ ਦਾ ਕੀ ਰਿਲੇਸ਼ਨ ਹੈ। ਇਹਨਾਂ ਦੋਨਾਂ ਨੂੰ ਉਹ ਇੱਕ ਬਾਈਨਰੀ ਦੇ ਵਿੱਚ ਲਿਆਉਂਦੇ ਆ ਵੀ ਇੱਕ ਤਾਂ ਹੈਗਾ ਪਰਮ ਸਤ ਤੇ ਇੱਕ ਹੈਗਾ ਜਿਹੜਾ ਰਿਤ ਹੈ, ਸਤ ਤੇ ਰਿਤ। ਰਿਤ ਦੇ ਵਿੱਚ ਜਿਹੜੀ ਮਾਇਆ ਦੀ ਗੱਲ ਕੀਤੀ ਹੈ, ਉਹ ਮਾਇਆ ਸਾਰੀ ਰਿਤ ਦੇ ਵਿੱਚ ਆ ਜਾਂਦੀ ਹੈ। ਜਿਹੜਾ ਇੱਕ ਬ੍ਰਹਮ ਹੈ, ਬ੍ਰਹਮ ਮਤਲਬ ਸਿਸਟਮ ਆਫ ਕ੍ਰੀਏਸ਼ਨ, ਕੋਈ ਗੋਡ ਨਹੀਂ, ਬ੍ਰਹਮ ਹੈ ਇੱਕ ਸਿਸਟਮ ਆਫ ਕ੍ਰੀਏਸ਼ਨ ਹੈ, ਜਿਹੜਾ ਕਿ ਆਪਣੇ ਅਰਬਦ ਨਰਬਦ ਧੁੰਦੂਕਾਰਾ ਦੇ ਉਸ ਸ਼ਬਦ ਤੋਂ ਅਸੀਂ ਸਮਝ ਸਕਦੇ ਹਾਂ ਕਿੱਥੇ ਤੱਕ ਉਹ ਉਹਨੂੰ ਡਿਫਾਈਨ ਕਰਦੇ ਹਾਂ ਕਿ ਕਿਵੇਂ ਪੂਰੀ ਕਾਇਨਾਤ, ਇਹ ਪੂਰੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੁੰਦੀ ਹੈ, ਔਰ ਉਸ ਰਚਨਾ ਦੇ ਵਿੱਚ ਅਸੀਂ ਕਿੱਥੇ ਪਲੇਸਡ ਹੈਗੇ। ਉਹ ਰਚਨਾ ਦੇ ਨਾਲ ਬ੍ਰਹਮ ਦਾ ਜਿਹੜਾ ਇੱਕ ਐਕਸਪ੍ਰੈਸ਼ਨ ਹੈ ਉਹ ਮਾਇਆ ਹੈ। ਮਾਇਆ ਮਤਲਬ ਜੋ ਇਹ ਸੰਸਾਰ ਹੈ, ਇਹ ਯਥਾ ਅਰਥ ਜੋ ਸਾਨੂੰ ਦਿਖ ਰਿਹਾ, ਉਹ ਵਾਲੀ ਰਿਐਲਿਟੀ। ਇਹ ਰਿਐਲਿਟੀ ਤੋਂ ਉੱਪਰ ਜਿਹੜੀ ਹੈ ਉਹ ਪਰਮ ਸਤ ਹੈ, ਜੋ ਪਰਮਾਨੈਂਸ ਹੈ, ਜੋ ਹਮੇਸ਼ਾ ਰਹੇਗਾ ਇਸ ਜੀਣ ਮਰਨ ਤੋਂ ਪਹਿਲਾਂ ਵੀ ਤੇ ਬਾਅਦ ਵੀ। ਉਹ ਤਾਂ ਹੈਗੀ ਹੈ ਪਰਮ ਸਤ, ਉਹ ਪਰਮਾਰਥ ਹੈ। ਤੇ ਗੁਰਬਾਣੀ, ਗੁਰੂ ਨਾਨਕ ਉਹ ਇਹੀ ਕਹਿੰਦੇ ਆ ਕਿ ਅਸੀਂ ਜੇ ਉਸ ਪਰਮ ਸਤ, ਪਰਮ ਤਤ ਨੂੰ ਆਪਣੇ ਅੰਦਰ ਜਨਮ ਮਰਨ ਤੋਂ ਪਹਿਲਾਂ ਦੇ ਬਾਅਦ ਦੇ ਇਸ ਗੇੜ ਤੋਂ ਉਹਨੂੰ ਜਾਣ ਕੇ, ਉਹਨੂੰ ਸਮਝਦੇ ਹੋਏ, ਉਹਨੂੰ ਅਨੁਭਵ ਕਰਦੇ ਹੋਏ ਇਸ ਯਥਾਰਥ ਦੇ ਵਿੱਚ ਵਿਚਰਦੇ ਆ। ਫਿਰ ਭਾਵੇਂ ਉਹ ਰਿਐਲਿਟੀ, ਹਾਈਪਰ ਰਿਐਲਿਟੀ ਹੋਏ, ਸਾਈਬਰ ਰਿਐਲਿਟੀ ਹੋਏ ਜਾਂ ਫਿਰ ਵਰਚੁਅਲ ਰਿਐਲਿਟੀ ਹੋਏ, ਉਹ ਸਾਰੀ ਤਰ੍ਹਾਂ ਦੀਆਂ ਰਿਐਲਿਟੀਜ਼ ਦੇ ਵਿੱਚੋਂ ਵੀ ਅਸੀਂ ਉਸੇ ਤਰ੍ਹਾਂ ਨਿਕਲ ਸਕਦੇ ਹਾਂ। ਜਿਵੇਂ ਇਹਦੇ ਵਿੱਚੋਂ ਨਿਕਲਣ ਦਾ ਤਰੀਕਾ ਤਾਂ ਉਹੀ ਹੈ ਕਿ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਵੀ ਨੈਸਾਣੀ, ਵੀ ਇਸ ਜਗਤ ਨੂੰ ਛੱਡਣਾ ਵੀ ਨਹੀਂ ਹੈ, ਕਿਉਂਕਿ ਇਹ ਮਾਨੁਖ ਦੇਹੀ ਜਿਹੜੀ ਹੈ ਬੜੀ ਦੁਰਲਭ ਹੈ। ਇਹ ਦੁਰਲਭ ਤਰੀਕੇ ਨਾਲ ਸਾਨੂੰ ਜਿਹੜੀ ਹੈ ਨਾ ਇਹ ਦੇਹੀ ਪ੍ਰਾਪਤ ਹੁੰਦੀ ਹੈ। ਸੋ ਇਹ ਜਿਹੜੀ ਇੱਕ ਰਿਐਲਿਟੀਜ਼ ਨੂੰ, ਯਥਾਰਥ ਨੂੰ ਗੁਰੂ ਨਾਨਕ ਨੇ ਪਹਿਲਾਂ ਡਿਫਾਈਨ ਕੀਤਾ ਤੇ ਆਪਣੀ ਪੂਰੀ ਬਾਣੀ ਦੇ ਵਿੱਚ ਇਹਦੇ ਅਲੱਗ-ਅਲੱਗ ਜਿਹੜੇ ਤੱਤ ਹੈ, ਪੱਖ ਹੈ, ਉਹ ਕਿਵੇਂ ਉਹਦੇ ਨਾਲ ਨਜਿੱਠਣਾ। ਪਰਮਾਰਥ ਦੇ ਨੁਕਤੇ ਤੋਂ ਅਸੀਂ ਯਥਾਰਥ ਨੂੰ ਦੇਖਣਾ ਹੈ, ਪਰ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੋ ਇਹ ਰਿਹਾ ਕਿ ਅਸੀਂ ਪਰਮਾਰਥ ਨੂੰ ਵੀ ਯਥਾਰਥ ਦੇ ਨੁਕਤੇ ਤੋਂ ਦੇਖਦੇ ਹਾਂ, ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ਾਇਦ ਬਾਣੀ ਦੇ ਵਿੱਚੋਂ, ਸ਼ਬਦਾਂ ਦੇ ਵਿੱਚੋਂ ਜਾਂ ਧਰਮ ਆਚਾਰ ਦੇ ਵਿੱਚੋਂ
ਅਸੀਂ ਕੁਝ ਐਸੀ ਪ੍ਰੈਕਟਿਸਿਸ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਕਿ ਬਜਾਏ ਪਰਮਾਰਥ ਵੱਲ ਲਿਜਾਣ ਦੇ ਉਹ ਯਥਾਰਥ ਵੱਲ ਲਿਆ ਰਹੀਆਂ, ਸਾਨੂੰ ਇਸ ਮਾਇਆ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੀਆਂ। ਸੋ ਇਹ ਕੁਝ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਇੰਨੇ ਸੰਖੇਪ ਸਮੇਂ 'ਚ ਸਾਂਝੀਆਂ ਕਰ ਸਕਦਾ ਸੀਗਾ, ਤੇ ਤੁਸੀਂ ਮੇਰੀ ਗੱਲ ਨੂੰ ਇੰਨੇ ਗੌਰ ਨਾਲ ਸੁਣਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਬਹੁਤ ਸ਼ੁਕਰੀਆ ਡਾਕਟਰ ਰਵਿੰਦਰ ਸਿੰਘ ਜੀ। ਤੁਹਾਡੇ ਬੋਲਣ ਦਾ ਜਿਹੜਾ ਸਹਿਜ ਤਰੀਕਾ ਉਹ ਬਹੁਤ ਸਾਨੂੰ ਚੰਗਾ ਲੱਗਿਆ।